हे परमात्मा, तू मेरी इच्छा पूरी तो की, पर मेरी इच्छा मार भी दी। की हो गया रानी? की है? Oh my God! रानी 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 है रानी बोल रानी तेन कुछ नहीं बोलता मैं रानी बोल रानी रानी बोल तो सही रानी 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 बोलो रानी बोलो रानी बोल दे बोल तेन कुछ नहीं होता रानी बोल बोल जी मैं तो सच्ची बहुत खुश हाँ। ਪੁੱਤ ਖੁਸ਼ ਤਾਂ ਹੋਣਾ ਹੀ ਆ। ਮੈਂ ਤਾਂ ਪੂਰੇ ਪਿੰਡ ਵਿੱਚ ਲੱਡੂ ਵੰਡ ਕੇ ਆਈ ਆ ਤੇ ਪੂਰੇ ਪਿੰਡ ਵਾਲਿਆਂ ਨੇ ਮੈਨੂੰ ਬਹੁਤ ਵਧਾਈਆਂ ਦਿੱਤੀਆਂ। ਸੱਚੀ ਬੀਜੀ, ਪਰ ਬੀਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਇਹਨੇ ਨਾ ਕੱਲ ਦਾ ਦੁੱਧ ਨਹੀਂ ਪੀਤਾ। ਉਹ ਕੋਈ ਨਾ ਪੁੱਤ, ਬੱਚੇ ਇਦਾਂ ਹੀ ਕਰਦੇ ਹੁੰਦੇ ਨੇ, ਹਲੇ ਬਹੁਤ ਛੋਟਾ ਆ। ਹਾਂ ਬੀਜੀ, ਪਰ ਇਹ ਨਾ ਸਵੇਰ ਦਾ ਉੱਠਦਾ ਵੀ ਨਹੀਂ ਪਿਆ। ਉਹ ਪੁੱਤ ਕਾਹਨੂੰ ਘਬਰਾਈ ਜਾਨੀ ਆ? ਸਵੇਰ ਦਾ ਨਾਤਾ ਹੋਇਆ ਵਾ, ਨਾ ਕੇ ਬੱਚੇ ਸੌਂਦੇ ਹੀ ਹੁੰਦੇ ਨੇ। ਐਵੇਂ ਨਾ ਫਿਕਰ ਕਰੀ ਚਾਓ ਤੂੰ। ਠੀਕ ਆ। ਕੀ ਗੱਲ ਵੀ ਜੀ, ਮਿਲ ਗਿਆ ਖੇਡਣ ਨੂੰ ਖਿਡੌਣਾ ਤੈਨੂੰ? ਹੋਰ ਪੁੱਤ ਮਿਲਣਾ ਹੀ ਸੀ। ਦੇਖਾ ਤਾਂ ਕੀ ਕਰਦਾ ਬੱਚਾ। ਜਾ, ਪਹਿਲਾਂ ਹੱਥ ਧੋ ਕੇ ਫੇਰ ਮੇਰੇ ਪੁੱਤ ਨੂੰ ਹੱਥ ਲਾਣਾ। ਓਏ ਹੱਥ ਧੋ ਕੇ ਆਇਆ ਵੀ ਜੀ। ਨਾਲੇ ਮੇਰੇ ਪੁੱਤ ਨੂੰ ਨਜ਼ਰ ਨਹੀਂ ਲਗਾਣੀ। ਦੇਖਾ ਤਾਂ ਕੀ ਕਰਦਾ ਮੇਰਾ ਬੱਚਾ। ਓਹੋ ਸੋਹਣਾ ਮੋਣਾ ਬੱਚਾ ਸਾਡਾ। ਹਾਂ ਬੀਜੀ ਦੇਖੋ ਤੈਨੂੰ ਇਹ ਹਿਲਜੁਲ ਕਿਉਂ ਨਹੀਂ ਰਿਹਾ? ਨਹੀਂ ਕੁਛ ਨਹੀਂ ਹੋਇਆ ਇਸ ਨੂੰ ਪੁੱਤ। ਕੋਈ ਦਿਖਾਓ। ਹਰਕਤ ਵੀ ਨਹੀਂ ਹੈ। की गल हो गई हला इनू ਕੀ ਹੋ ਗਿਆ? ਕੀ ਹੋ ਗਿਆ ਮੇਰੇ ਬੱਚੇ ਨੂੰ? कुछ नहीं चुप 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 ਇਹ ਬੋਲਦਾ ਕਿਉਂ ਨਹੀਂ ਪਿਆ? ਕੀ ਨਾਂ ਹੈ ਲੇਡੀ ਦਾ? ਸਰ ਰਾਣੀ। ਰਾਣੀ। ਹੁਣ ਕੀ ਸਿਚੁਏਸ਼ਨ ਲੇਡੀ ਦੀ? ਸਰ ਕਾਫੀ ਕ੍ਰਿਟੀਕਲ ਹੈ, ਕੁਝ ਕਹਿ ਨਹੀਂ ਸਕਦੇ। ਬਾਕੀ ਤੁਸੀਂ ਸਾਡੇ ਸੀਨੀਅਰ ਨਾਲ ਗੱਲ ਕਰ ਲਿਓ। ਓਕੇ। जनाब मेरी देवी का पता चलिया जनाब। कुछ जनाब पूरे 8 दिन हो गए ने उन्होंने गायब होए हुए। जनाब प्लीज़ ਉਹਦਾ कुछ पता कर दो। उन्होंने तो बच्चा भी होने वाला सी जनाब। जनाब ओके ओके उन्होंने कुछ पता कर दो। कूल ਤੁਸੀਂ ਪਲੀਜ਼ ਜਾਓ, ਜਿਵੇਂ ਤੁਹਾਨੂੰ ਕੁਝ ਪਤਾ ਲੱਗਦਾ ਹੈ ਅਸੀਂ ਤੁਹਾਨੂੰ ਇਨਫਾਰਮ ਕਰ ਦਾਂਗੇ। जनाब प्लीज़ जनाब ਪਲੀਜ਼ ਪਲੀਜ਼। मतलब डिलीवरी तो 1-2 दिन पहला देवी गायब हुई है। बड़ा ही गहरा मसला हैगा। ਬਿਲਕੁਲ। नमस्कार, सत श्री अकाल, खैर मकदम। मैं अमनदीप कौर एक बार फिर क्राइम स्टोरी के नवे एपीसोड थोड़ा सारिਆਂ ਦਾ स्वागत करदी हां। मां बनन ਦਾ एहसास एक औरत ਨੂੰ संपूर्ण औरत होने ਦਾ एहसास कराਉਂਦਾ है, पर जे ਉਹੀ औरत दरिंदी बन जाए ਤਾਂ ਕੀ ਕਹਿ ਸਕਦੇ ਹਾਂ। ਅੱਜ ਦਾ केस कुछ इसे तरह ਦਾ है।
ਤੁਸੀਂ ਦੇਖੋਗੇ ਰਾਣੀ ਜੋ ਕਿ ਵਿਆਹ ਦੇ 14-15 ਸਾਲ ਬਾਅਦ ਪਹਿਲੀ ਵਾਰ ਮਾਂ ਬਣੀ, ਉਹਦਾ ਨਵਾਂ ਜੰਮਿਆ ਬੱਚਾ ਮਰ ਗਿਆ। ਉਹ ਡਿਪਰੈਸ਼ਨ 'ਚ ਚਲੀ ਗਈ ਤੇ ਉਹਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ। ਕਿ ਵਾਕਈ ਇਹ ਸੁਸਾਈਡ ਸੀ ਜਾਂ ਫਿਰ ਉਹਦੇ ਘਰਦਿਆਂ ਨੇ ਉਹਨੂੰ ਮਾਰਨ ਦੀ ਕੋਈ ਸਾਜ਼ਿਸ਼ ਕੀਤੀ ਸੀ। ਜਦੋਂ ਇਹ ਘਟਨਾ ਵਾਪਰੀ ਉਸੇ ਹੀ ਟਾਈਮ ਉਸੇ ਹੀ ਮੁਹੱਲੇ ਦੀ ਇੱਕ ਹੋਰ ਔਰਤ ਦੇਵੀ ਜੋ ਕਿ ਰਾਣੀ ਵਾਂਗ ਹੀ ਮਾਂ ਬਣਨ ਵਾਲੀ ਸੀ, ਅਚਾਨਕ ਗਾਇਬ ਹੋ ਜਾਂਦੀ ਹੈ। ਇਸ ਗੱਲ ਕਰਕੇ ਪੂਰਾ ਮੁਹੱਲਾ ਜਿਹੜਾ ਸਦਮੇ ਵਿੱਚ ਆ ਜਾਂਦਾ ਹੈ ਔਰ ਸਾਰੇ ਹੈਰਾਨ ਹੋ ਜਾਂਦੇ ਨੇ। ਮਾਮਲਾ ਪੁਲਿਸ 'ਚ ਜਾਂਦਾ ਹੈ। ਪੁਲਿਸ ਆਪਣੀ ਪੁੱਛਗਿੱਛ ਪੜਤਾਲ ਸ਼ੁਰੂ ਕਰ ਦਿੰਦੀ ਹੈ। ਆਓ ਅੱਗੇ ਦੇਖਦੇ ਹਾਂ ਕਿ ਆਖਿਰ ਪੁਲਿਸ ਦੀ ਪੁੱਛ ਪੜਤਾਲ 'ਚ ਕੀ ਨਿਕਲ ਕੇ ਆਉਂਦਾ ਹੈ। ਵਿਚਾਰੀ ਰਾਣੀ ਨਾਲ ਬੜਾ ਮਾੜਾ ਹੋਇਆ, ਜੰਮਦੇ ਹੀ ਬੱਚਾ ਮਰ ਗਿਆ। ਦੇਵੀ ਨਹੀਂ ਦੇਖੀ, ਕਿੰਨੇ ਦਿਨ ਹੋ ਗਏ ਦੇਵੀ ਨਹੀਂ ਮਿਲ ਰਹੀ ਭੈਣ, ਪਤਾ ਨਹੀਂ ਕਿੱਥੇ ਗਾਇਬ ਹੋ ਗਈ, ਹੋਰ ਕਿਹੜੀ ਹਾਲਤ 'ਚ ਹੋਊਗੀ। ਬਹੁਤ ਮਾੜੀ ਗੱਲ ਹੋਈ ਆ, ਦੇਵੀ ਦਾ ਪਤਾ ਹੀ ਚੱਲਿਆ ਕਿੱਥੇ ਗਏ। ਰਾਣੀ ਦਾ ਬੱਚਾ ਮਰ ਗਿਆ। ਸੱਚ ਦੱਸਿਓ, ਤੁਹਾਡੇ ਘਰੇ ਲੜਾਈ ਝਗੜਾ ਰਹਿੰਦਾ ਸੀ? ਸਾਨੂੰ ਪਤਾ ਲੱਗਿਆ ਤੁਹਾਡੀ ਮਦਰ ਰਾਣੀ ਨੂੰ ਪਰੇਸ਼ਾਨ ਬਹੁਤ ਕਰਦੀ ਸੀ। ਦੇਖੋ ਜਨਾਬ, ਮੇਰੇ ਘਰੇ ਔਲਾਦ ਨਹੀਂ ਸੀ ਤੇ ਮੇਰੇ ਭਰਾ ਦੇ ਘਰੇ ਵੀ ਔਲਾਦ ਨਹੀਂ ਸੀ। ਮਾਤਾ ਥੋੜੀ ਜਿਹੀ ਟੈਨਸ਼ਨ 'ਚ ਰਹਿੰਦੀ ਸੀ ਇਸੇ ਕਰਕੇ, ਤੇ ਮੇਰੇ ਭਰਾ ਦੇ ਘਰ ਵਾਲੀ ਤਾਂ ਉਹਨੂੰ ਛੱਡ ਕੇ ਵੀ ਚਲੀ ਗਈ। ਹੁਣ ਤੁਸੀਂ ਆਪ ਹੀ ਦੱਸੋ ਵੀ ਮਾਂ ਤਾਂ ਟੈਨਸ਼ਨ 'ਚ ਹੋਊਗੀ ਨਾ, ਤੇ ਨਾਲੇ ਉਹ ਰਾਣੀ ਨੂੰ ਤਾਂ ਬਹੁਤ ਪਿਆਰ ਕਰਦੀ ਹੈ। ਸੱਚ ਸੱਚ ਦੱਸ, ਇੱਥੇ ਕੁੱਟ ਬੜੀ ਪੈਂਦੀ ਹੈ। ਇਹ ਤੇਰਾ ਘਰ ਨਹੀਂ ਹੈਗਾ, ਪੁਲਿਸ ਸਟੇਸ਼ਨ ਹੈਗਾ, ਤੇ ਸ਼ਾਇਦ ਤੈਨੂੰ ਪਤਾ ਨਹੀਂ ਹੈਗਾ ਇੱਥੇ ਸੱਚ ਕਢਵਾਉਣ ਲਈ ਕੀ ਕੀਤਾ ਜਾਂਦਾ ਹੈ। ਨਹੀਂ ਸਾਹਿਬ ਜੀ, ਮੈਂ ਕੁਛ ਨਹੀਂ ਕੀਤਾ, ਮੈਨੂੰ ਛੱਡ ਦਿਓ। ਜੇ ਹੱਥ ਫਿਰ ਗਿਆ ਨਾ ਤਾਂ ਬੁਢਾਪੇ ਵਿੱਚ ਹੱਡੀਆਂ ਛੇਤੀ ਟੁੱਟਦੀਆਂ ਨੇ, ਸਮਝਿਆ? ਸਾਹਿਬ ਜੀ, ਉਹ ਲੋਕ ਝੂਠ ਬੋਲਦੇ ਨੇ, ਮੈਂ ਕੁਛ ਕੀਤਾ ਹੀ ਨਹੀਂ ਹੈਗਾ, ਮੈਨੂੰ ਤਾਂ ਕੁਛ ਪਤਾ ਹੀ ਨਹੀਂ। ਹਾਂ, ਤੂੰ ਤਾਂ ਕੁਛ ਨਹੀਂ ਕੀਤਾ। ਕੁਛ ਨਹੀਂ ਪਤਾ ਮੈਨੂੰ। ਦੇਖੋ, ਹਾਲੇ ਸਾਨੂੰ ਕੋਈ ਉਗ ਸੁਗ ਨਹੀਂ ਲੱਗੀ। ਜਦੋਂ ਸਾਨੂੰ ਕੁਝ ਪਤਾ ਲੱਗਦਾ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ। ਤੁਹਾਨੂੰ ਕਿਸੇ ਤੇ ਸ਼ੱਕ? ਜਨਾਬ, ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ। ਮੇਰਾ ਤਾਂ ਪਿੰਡ ਦੇ ਵਿੱਚ ਕਿਸੇ ਨਾਲ ਕੋਈ ਲਾਗ ਡਾਟ ਨਹੀਂ, ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਜਨਾਬ। ਜੋ ਕਰਨਾ ਤੁਸੀਂ ਉਹ ਕਰਨਾ ਜਨਾਬ। ਮੈਂ ਤਾਂ ਬਹੁਤ ਪਰੇਸ਼ਾਨ ਹਾਂ ਜਨਾਬ। ਠੀਕ ਹੈ, ਜਿਵੇਂ ਸਾਨੂੰ ਕੁਝ ਪਤਾ ਲੱਗਦਾ ਅਸੀਂ ਤੁਹਾਨੂੰ ਜ਼ਰੂਰ ਇਤਲਾਹ ਕਰਦੇ ਹਾਂ। ਜਨਾਬ ਕੁਝ ਕਰੋ ਜਨਾਬ। ਕਰਮਜੀਤ ਸਿੰਘ ਜੀ, ਤੁਹਾਡਾ ਰਾਜੇਸ਼ ਤੇ ਦੇਵੀ ਉਹਨਾਂ ਦੇ ਘਰੇ ਅਕਸਰ ਆਉਣਾ ਜਾਣਾ ਸੀ। ਹਾਂਜੀ ਸਰ। ਉਹਨਾਂ ਦਾ ਆਪਸ ਵਿੱਚ ਕੋਈ ਲੜਾਈ ਝਗੜਾ? ਨਹੀਂ ਜਨਾਬ, ਮੈਂ ਤਾਂ ਕਦੇ ਕੋਈ ਇਹਨਾਂ ਦਾ ਲੜਾਈ ਝਗੜਾ ਨਹੀਂ ਸੁਣਿਆ। ਨਾ ਕਦੇ ਸੁਣਿਆ ਵੀ ਰਾਜੇਸ਼ ਨੇ ਕਦੇ ਉਹਦੇ ਨਾਲ ਮਾਰਕੁੱਟ ਕੀਤੀ ਹੋਵੇ। ਜੇ ਕੋਈ ਇਹੋ ਜਿਹਾ ਰੀਜ਼ਨ ਨਹੀਂ ਸੀ, ਫਿਰ ਤੁਸੀਂ ਕਦੇ ਮਹਿਸੂਸ ਕੀਤਾ ਹੋਵੇ, ਆਈ ਮੀਨ ਟੂ ਸੇ ਤੁਹਾਨੂੰ ਲੱਗਿਆ ਹੋਵੇ ਕਿ ਉਹ ਮੈਂਟਲੀ ਅਪਸੈਟ ਹੋਣ? ਨਹੀਂ 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 ਜਨਾਬ, ਉਹ ਤਾਂ ਬਹੁਤ ਸਧਾਰਨ ਜਿਹੀ ਔਰਤ ਸੀ ਤੇ ਹਰ ਇੱਕ ਦੀ ਮਦਦ ਕਰਦੀ ਰਹਿੰਦੀ ਸੀ। ਤੇ ਰਾਜੇਸ਼ ਵੀ ਭਲਾ ਇਨਸਾਨ ਆ ਸਰ। ਫਿਰ ਉਹਨਾਂ ਦਾ ਮੁਹੱਲੇ 'ਚ ਜਾਂ ਆਂਢ ਗੁਆਂਢ 'ਚ ਕੋਈ ਲਾਗ ਡਾਟ, ਆਈ ਮੀਨ ਟੂ ਸੇ ਕੋਈ ਰੰਜਿਸ਼? ਮੁਹੱਲੇ 'ਚ ਨਹੀਂ ਜਨਾਬ, ਮੈਂ ਤਾਂ ਇਹੋ ਜਿਹਾ ਕਦੇ ਨਹੀਂ ਸੁਣਿਆ। ਠੀਕ ਹੈ, ਤੁਸੀਂ ਹੁਣ ਜਾਓ, ਜੇ ਸਾਨੂੰ ਲੋੜ ਪਈ ਅਸੀਂ ਤੁਹਾਨੂੰ ਦੁਬਾਰਾ ਬੁਲਾਵਾਂਗੇ। ਠੀਕ ਹੈ ਸਰ। ਅੱਛਾ, ਦੇਵੀ ਬਾਰੇ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਹਾਂਜੀ ਮੈਮ। ਤਾਂ ਉਸ ਦੇ ਘਰ ਹੁੰਦੇ ਹਰ ਲੜਾਈ ਝਗੜੇ ਬਾਰੇ ਵੀ ਚੰਗੀ ਤਰ੍ਹਾਂ ਵਾਕਿਫ ਹੋਵੋਗੇ। ਹਾਂਜੀ ਮੈਮ, ਪਰ ਇਸ ਤਰ੍ਹਾਂ ਦੀ ਤਾਂ ਕਦੀ ਕੋਈ ਗੱਲ ਨਹੀਂ ਹੋਈ ਸੀ। ਉਹ ਤੇ ਦੋਵੇਂ ਬੜੇ ਭਗਤ ਲੋਕ ਸੀ, ਬੜੇ ਪਿਆਰ ਨਾਲ ਰਹਿੰਦੇ ਸੀ। ਅੱਛਾ, ਤੇ ਵੀ ਤੁਹਾਡੇ ਕੋਈ ਮੁਹੱਲੇ ਦੇ ਵਿੱਚ ਔਰਤਾਂ ਦਾ ਕੋਈ ਲੜਾਈ ਝਗੜਾ ਜਾਂ ਕੋਈ ਮਾਮਲਾ ਬਾਹਰ ਆਇਆ ਹੋਵੇ? ਨਹੀਂ ਮੈਡਮ, ਸਾਡਾ ਆਂਢ ਗੁਆਂਢ ਤੇ ਬੜੇ ਪਿਆਰ ਨਾਲ ਰਹਿੰਦਾ, ਸਾਰੇ ਬੜਾ ਇੱਕਾ ਹੈ ਸਾਰੇ ਮਹੱਲੇ 'ਚ। ਚਲੋ ਤੁਸੀਂ ਜਾਓ। ਓਕੇ ਮੈਮ। ਤੁਸੀਂ ਦੇਵੀ ਨੂੰ ਲਾਸਟ ਟਾਈਮ ਕਦ ਦੇਖਿਆ? ਮੈਂ 6-7 ਦਿਨ ਪਹਿਲਾਂ ਦੇਖਿਆ ਸੀ। ਸ਼ਾਇਦ ਉਹ ਰਾਣੀ ਦੇ ਘਰ ਜਾ ਰਹੀ ਸੀ। ਪੁਲਿਸ ਦੀ ਜਾਂਚ ਪੜਤਾਲ ਦੇ ਵਿੱਚ ਤੱਥ ਤਾਂ ਕਈ ਨਿਕਲ ਕੇ ਆਏ, ਪਰ ਗੱਲ ਕਲੀਅਰ ਨਹੀਂ ਹੋਈ। ਦਰਅਸਲ ਜਦੋਂ ਤੱਕ ਰਾਣੀ ਮਾਂ ਨਹੀਂ ਸੀ ਬਣੀ, ਉਹਦੀ ਸੱਸ ਉਹਨੂੰ ਅਕਸਰ ਹੀ ਤਾਨੇ ਮਾਰਿਆ ਕਰਦੀ ਸੀ, ਜਿਹਦੇ ਕਰਕੇ ਉਹ ਡਿਪਰੈਸ਼ਨ 'ਚ ਰਹਿੰਦੀ ਸੀ।
ਪਰ ਜਦੋਂ ਉਹ ਮਾਂ ਬਣਨ ਵਾਲੀ ਸੀ ਤਾਂ ਘਰ ਦੇ ਵਿੱਚ ਖੁਸ਼ੀ ਆ ਗਈ। ਇਹੀ ਖੁਸ਼ੀ ਉਹਨੇ ਸਾਂਝੀ ਕੀਤੀ ਦੇਵੀ ਨਾਲ, ਕਿਉਂਕਿ ਦੇਵੀ ਵੀ ਮਾਂ ਬਣਨ ਵਾਲੀ ਸੀ ਤੇ ਦੋਨੋਂ ਆਪਸ ਦੇ ਵਿੱਚ ਭੈਣਾਂ ਵਾਂਗ ਰਲ ਕੇ ਰਹਿੰਦੀਆਂ ਸਨ। ਪਰ ਜਦੋਂ ਰਾਣੀ ਦਾ ਬੱਚਾ ਮਰ ਗਿਆ, ਉਹ ਡਿਪਰੈਸ਼ਨ 'ਚ ਚਲੀ ਗਈ ਤੇ ਦੇਵੀ ਉਹ ਅਚਾਨਕ ਗਾਇਬ ਹੋ ਗਈ। ਕੀ ਇਹ ਦੋਨੋਂ ਦੁਰਘਟਨਾਵਾਂ ਆਪਸ ਦੇ ਵਿੱਚ ਮਿਲਦੀਆਂ ਸਨ? ਕੋਈ ਕਨੈਕਸ਼ਨ ਸੀ? ਦੇਖਦੇ ਹਾਂ ਅੱਗੇ। ਸਰ ਦੇਵੀ ਦਾ ਸੁਭਾਅ ਬਹੁਤ ਚੰਗਾ ਸੀ। ਐਂ ਕਹਿ ਲਓ ਸਰ ਵੀ ਉਹ ਤਾਂ ਸੱਚਮੁੱਚ ਦੀ ਦੇਵੀ ਸੀ। ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ, ਬਹੁਤ ਸ਼ਾਂਤ ਸੁਭਾਅ ਦੀ ਸੀ। ਤੇ ਰਜੇਸ਼ ਜੀ ਉਹਨਾਂ ਦਾ ਸੁਭਾਅ ਵੀ ਚੰਗਾ, ਕਦੇ ਲੜਾਈ ਝਗੜਾ ਨਹੀਂ ਸੁਣਿਆ। ਮੁਹੱਲੇ 'ਚ ਸਾਰਿਆਂ ਨਾਲ ਬਣਦੀ ਆ, ਸਭ ਦੇ ਆਉਣਾ ਜਾਣਾ। ਜਨਾਬ ਸਾਡੀ ਤਾਂ ਆਸ ਪੜੋਸ ਨਾਲ ਇੰਨੀ ਬਣੀ ਬਣਾਈ ਹੈ, ਜੇ ਸਾਡੇ ਆਸ ਪੜੋਸ 'ਚ ਕਿਸੇ ਦੇ ਘਰ ਵੀ ਕੋਈ ਚੀਜ਼ ਖਤਮ ਹੋ ਜੇ, ਅਸੀਂ ਤਾਂ ਨਾਲਦਿਆਂ ਤੋਂ ਮੰਗ ਲਿਆਈ ਦੀ ਹੈ। ਓਕੇ, ਕਿ ਸਾਡੇ ਘਰ ਚਾਹ ਪੱਤੀ ਮੁੱਕ ਗਈ, ਦੇਵੀ ਜਾ ਕੇ ਰਾਣੀ ਉਹਨਾਂ ਦੇ ਘਰ ਚਲੀ ਗਈ ਉੱਥੇ ਲੈਣ ਵਾਸਤੇ, ਤੇ ਉੱਥੇ ਉਹਨੂੰ ਪਤਾ ਲੱਗਿਆ ਹੁਣ ਦੀ ਪਰਵਾਨ ਦੀ ਤੂੰ ਵੇ ਪੁੱਤ ਤੂੰ ਠੀਕ ਆ? ਕੀ ਗੱਲ ਹੋ ਗਈ? ਬਸ ਕੁਛ ਨਹੀਂ ਬੀਜੀ, ਕੁਛ ਦਿਨਾਂ ਤੋਂ ਨਾ ਦਿਲ ਬੜਾ ਘਬਰਾਉਂਦਾ ਤੇ ਜੀ ਕੱਚਾ ਕੱਚਾ ਹੁੰਦਾ, ਜਿੱਦਾਂ ਖੱਟਾ ਖਾਣ ਨੂੰ ਦਿਲ ਕਰਦਾ। ਇਹ ਰੱਬ ਨੇ ਆਪਣੀ ਸੁਣ ਲਈ, ਚਮਤਕਾਰ ਹੋ ਗਿਆ। ਵੀ ਦਵਿੰਦਰਾ ਤੂੰ ਪਿਓ ਬਣਨ ਵਾਲਾ। ਅੱਜ ਤਾਂ ਫਿਰ ਪਾਰਟੀ ਹੋ ਗਈ। ਓ ਨੇਕੀ ਔਰ ਪੂਛ ਕਿਉਂ ਸਰਦਾਰਨੀ ਹੈ? ਲੈ ਵਾਹ ਬਈ ਵਾਹ, ਆ ਪਬਜੀ ਵਾਲਿਆਂ ਨੇ ਵੀ ਕਿਹਾ ਘੈਂਟ ਗੇਮ ਬਣਾਈ ਹੈ। ਆ ਲਓ ਬੰਦੂਕਾਂ ਲਈ ਜਾਓ ਤੇ ਬੰਦੇ ਮਾਰੀ ਜਾਓ। ਹੈ ਆ ਲੈ ਆ ਲੈ, ਆਹਾ ਆ ਚੱਕ, ਆ ਗਈ ਐ। ਮੰਮੀ ਅਸੀਂ ਚੱਲੇ ਖੇਲਣ। ਜਾ ਪੁੱਤ ਖੇਡਿਓ। ਉਹ ਭਲਾ ਇੰਨਾ ਟਾਈਮ ਲਾਈਦਾ? ਉਹ ਜੀ ਮੈਂ ਤਾਂ ਰਾਣੀ ਕੇ ਚਾਹ ਪੱਤੀ ਲੈਣ ਚਲੀ ਗਈ ਸੀਗੀ। ਅੱਛਾ, ਨਾਲੇ ਨਾ ਤੁਹਾਨੂੰ ਖੁਸ਼ਖਬਰੀ ਦੱਸਣੀ ਹੈ। ਖੁਸ਼ਖਬਰੀ? ਹੋਰ ਰਾਣੀ ਮਾਂ ਬਣਨ ਵਾਲੀ ਹੈ। ਕੀ? ਰਾਣੀ ਮਾਂ ਬਣਨ ਵਾਲੀ ਹੈ। ਪੁੱਲੇ ਆ ਤਾਂ ਤੂੰ ਬੋਲੀਓ ਵਧੀਆ ਖਬਰ ਸੁਣਾਤੀ। ਕਹਿੰਦੇ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ। ਵਿਚਾਰੀ ਲੋਕਾਂ ਦੇ ਤਾਨੇ ਮਿਹਣੇ ਸਹਿ ਕੇ ਪਰੇਸ਼ਾਨ ਹੋ ਗਈ ਸੀ। ਚਲੋ ਰੱਬ ਦੀ ਨੇ ਵੀ ਉਹਦੀ ਨੇੜੇ ਹੋ ਕੇ ਸੁਣ ਲਈ। ਹਾਂ ਇਹ ਸਹੀ ਗੱਲ ਹੈ, ਪਰਮਾਤਮਾ ਸਭ ਦੀ ਸੁਣਦਾ, ਆਪਣੇ ਬਰਾਬਰ ਹੋਗੀ। ਸਹੀ ਗੱਲ ਆ। ਉਹ ਤਾਂ ਖੁਸ਼ੀਆਂ ਮਨਾ ਰਹੇ ਨੇ, ਸਾਰਾ ਟੱਬਰ ਇੰਨਾ ਖੁਸ਼ ਹੈ, ਬਹੁਤ ਜ਼ਿਆਦਾ। ਚੱਲ ਇਸੇ ਖੁਸ਼ੀ 'ਚ ਵੀ ਮੈਨੂੰ ਕੜਕ ਜੀ ਚਾਹ ਬਣਾ ਕੇ ਲੈ ਕੇ ਆ ਜਰਾ। ਮੈਂ ਹੁਣੇ ਲਿਆਈ ਬਣਾ ਕੇ। ਆ ਪੱਤੀ ਜਰਾ ਠੋਕ ਲਈ। ਠੀਕ ਹੈ। ਆ ਬਈ ਵਾਹ, ਆ ਤਾਂ ਨਜ਼ਾਰਾ ਹੀ ਆ ਗਿਆ। ਰੱਬ ਗਰੀਬ ਬੰਦੇ ਦੀ ਕਿਉਂ ਨਹੀਂ ਸੁਣਦਾ? ਐਵੇਂ ਹੀ ਲੋਕੀ ਕਹਿੰਦੇ ਨੇ ਰੱਬ ਗਰੀਬ ਦੀ ਨਹੀਂ ਸੁਣਦਾ। ਦੇਖੋ ਹੈ ਰੱਬਾ, ਸ਼ੁਕਰ ਹੈ ਤੇਰਾ, ਸਭ ਦੇ ਘਰ ਭਲਾ ਰੱਖੀ, ਸਭ ਦੇ ਘਰ ਖੁਸ਼ੀਆਂ ਰੱਖੀ। ਕਿ ਰਾਣੀ ਦੇ ਘਰ ਖੁਸ਼ਖਬਰੀ ਆਉਣ ਵਾਲੀ ਹੈ। ਉਸ ਦਿਨ ਬੜਾ ਹੀ ਚਾਅ ਚੜਿਆ ਉਹਨੂੰ, ਬੜੀ ਖੁਸ਼ ਸੀ ਜਨਾਬ। ਤੁਸੀਂ ਸੋਚ ਵੀ ਨਹੀਂ ਸਕਦੇ ਕਿੰਨੀ ਖੁਸ਼ ਸੀ ਉਹ। ਮੈਨੂੰ ਬਹੁਤ ਖੁਸ਼ੀ ਹੈ, ਪਰਮਾਤਮਾ ਨੇ ਤੇਰੀ ਕਿੰਨੇ ਸਾਲਾਂ ਬਾਅਦ ਤੇਰੀ ਕੋਖਰੀ ਕਰਤੀ। ਸੱਚੀ ਮੈਨੂੰ ਵੀ ਬਹੁਤ ਖੁਸ਼ੀ ਆ। ਪਰਮਾਤਮਾ ਕਰੇ ਅਸੀਂ ਦੋਨੋਂ ਭੈਣਾਂ ਸਦਾ ਠੀਕ ਰਹੀਏ। ਨਹੀਂ, ਪਰਮਾਤਮਾ ਠੀਕ ਹੀ ਰੱਖੂ, ਸਭ ਕੁਝ ਚੰਗਾ ਹੀ ਹੋਊਗਾ। ਤੈਨੂੰ ਲੱਗਦਾ ਨਹੀਂ ਮੈਂ ਥੋੜਾ ਮੋਟੀ ਹੋ ਗਈ ਆ? ਮੋਟੀ ਤਾਂ ਹੋਣੀ ਹੈ, ਇਹਦਾ ਕਾਹਦਾ ਹੋਏਗਾ? ਤੈਨੂੰ ਪਤਾ ਨਹੀਂ ਤੁਸੀਂ ਦੋ ਜੀ ਹੋ ਹੈਨਾ, ਉਹਦੇ ਕਰਕੇ ਮੋਟੀ ਹੋਈ ਪਈਆਂ ਤੂੰ। ਬਹੁਤ ਹੀ ਖੁਸ਼ੀ ਸਰ। ਸ਼ਾਇਦ ਇਹ ਬੱਚੇ ਦੇ ਮਰਨ ਦਾ ਸਦਮਾ ਹੋਵੇ। ਜਸਵਿੰਦਰ ਕੋਈ ਨਾ ਕੋਈ ਗੜਬੜ ਤਾਂ ਹੈ। ਰਾਣੀ ਦਾ ਸੁਸਾਈਡ ਕਰਨਾ ਤੇ ਦੇਵੀ ਦਾ ਗਾਇਬ ਹੋਣਾ, ਕੋਈ ਨਾ ਕੋਈ ਲਿੰਕ ਤਾਂ ਹੈ ਹੀ। ਡੈਫੀਨੇਟਲੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਕੋਈ ਨਾ ਕੋਈ ਤਾਂ ਲਿੰਕ ਹੈ। ਕੁਛ ਨਾ ਕੁਛ ਤਾਂ ਹੈ ਜੋ ਸਾਹਮਣੇ ਹੈ, ਪਰ ਸਾਹਮਣੇ ਨਹੀਂ ਆ ਰਿਹਾ। ਜਸਵਿੰਦਰ ਸੁਰਾਗ ਤੇ ਸਬੂਤ ਤਾਂ ਹੁੰਦਾ ਹੀ ਹੈ, ਮਿਲ ਵੀ ਜਾਏਗਾ। डेफिनेट मिलेगा, व्हाई नॉट।
ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਖਾਣਾ ਬਣਾ ਕੇ ਰੱਖਿਆ ਹੋਇਆ ਘਰ, ਤੁਸੀਂ ਵੀ ਖਾ ਲਿਓ ਨਾਲੇ ਬੱਚਿਆਂ ਨੂੰ ਵੀ ਖਵਾ ਦਿਓ। ਧੰਨਵਾਦ ਭੈਣ ਜੀ, ਖਾਣਾ ਤਾਂ ਮੈਂ ਬਣਾ ਲਿਆ ਭੈਣ ਜੀ। ਕੋਈ ਨਾ, ਤੁਸੀਂ ਹੌਸਲਾ ਰੱਖੋ, ਮਿਲ ਜਾਣਾ ਹੈ ਦੇਵੀ ਨੇ ਆਪਣੀ ਨੇ। ਹੌਸਲਾ ਰੱਖੋ। ਹੌਸਲਾ ਹੀ ਹੈ ਭੈਣ ਜੀ, ਹੁਣ ਤਾਂ ਰੱਬ ਦੇ ਉੱਤੇ ਆਸ। ਕੋਈ ਨਾ, ਮਿਲ ਜੂਗੀ। ਮੈਨੂੰ ਕੱਲੀ ਰਾਣੀ ਨਹੀਂ, ਉਸ ਦਾ ਹਸਬੈਂਡ ਤੇ ਉਸ ਦੇ ਪਰਿਵਾਰ ਵਾਲੇ ਸਾਰੇ ਕੁਝ ਨਾ ਕੁਝ ਪਾਉਣ ਦੀ ਕੋਸ਼ਿਸ਼ ਕਰਨ ਲੱਗੇ, ਪਰ ਆਪਾਂ ਕਿਸੇ ਨਾ ਕਿਸੇ ਨੂੰ ਹਰ ਤਰੀਕੇ ਨਾਲ ਲੱਭ ਕੇ ਹਟੇ। ਮੈਨੂੰ ਦੇਵੀ ਦੇ ਪਤੀ ਰਾਕੇਸ਼ ਤੇ ਡਾਊਟ ਹੁੰਦਾ ਹੈ। ਮੈਨੂੰ ਤਾਂ ਵਿਚਾਰੇ ਉਹਨਾਂ ਛੋਟੇ ਛੋਟੇ ਬੱਚਿਆਂ 'ਤੇ ਤਰਸ ਆ ਰਿਹਾ, ਕਿਵੇਂ ਰਹਿੰਦੇ ਹੋਣਗੇ ਆਪਣੀ ਮਾਂ ਤੋਂ ਬਿਨਾਂ। ਜਸਵਿੰਦਰ, ਕੋਈ ਨਾ ਕੋਈ ਪੰਗਾ ਤਾਂ ਹੈਗਾ। ਇਸੇ ਪੰਗੇ ਨੂੰ ਤਾਂ ਸੋਲਵ ਕਰਨ ਨੂੰ ਫਿਰਦੇ ਆ। ਚਲੋ ਫਿਰ। ਰਜੇਸ਼ਵੀਰ, ਲੱਗਿਆ ਕੁਝ ਪਤਾ ਦੇਵੀ ਦਾ? ਨਹੀਂ ਵੀਰੇ, ਕੁਝ ਨਹੀਂ ਪਤਾ ਚੱਲਿਆ। ਹੌਸਲਾ ਰੱਖ ਵੀਰ, ਮੈਂ ਤੇਰੇ ਨਾਲ ਹਾਂ। ਦੇਖਿਆ ਕਿੰਨਾ ਪਿਆਰ ਸੀ ਦੋਨਾਂ ਭੈਣਾਂ ਦਾ, ਮੈਂ ਤੇਰੇ ਨਾਲ ਹਾਂ। ਜੇ ਕਿਸੇ ਚੀਜ਼ ਦੀ ਲੋੜ ਹੋਵੇ ਨਾ ਤਾਂ ਵੀਰ ਨੂੰ ਯਾਦ ਕਰੀ। ਮੇਰੇ ਹੁੰਦੇ ਫਿਕਰ ਨਾ ਕਰੀ ਵੀਰ, ਹੌਸਲਾ ਰੱਖ, ਹੌਸਲਾ। ਬੇਟਾ, ਆਖਰੀ ਵਾਰ ਮੰਮਾ ਕਿੱਥੇ ਗਏ ਸੀ? ਪੁੱਤ ਤੁਸੀਂ ਨਾ ਘਰੇ ਚੱਲੋ, ਤੁਹਾਡੇ ਪਾਪਾ ਆਉਣ ਵਾਲੇ ਨੇ, ਠੀਕ ਹੈ? ਮੈਂ ਹੁਣੇ ਆਈ, ਚੰਗਾ? ਮੈਂ ਰਾਣੀ ਆਂਟੀ ਦੇ ਘਰ ਗਈ ਸੀ ਅੰਕਲ। ਦੇਵੀ ਦਾ ਪਤੀ ਰਾਜੇਸ਼, ਜੋ ਕਿ ਬਾਰ-ਬਾਰ ਦੇਵੀ ਦੇ ਬਾਰੇ ਪਤਾ ਕਰਨ ਲਈ ਪੁਲਿਸ ਸਟੇਸ਼ਨ ਜਾ ਰਿਹਾ ਸੀ, ਪਰ ਪੁਲਿਸ ਉਸ ਨੂੰ ਕੁਝ ਵੀ ਨਹੀਂ ਦੱਸ ਰਹੀ ਸੀ, ਕਿਉਂਕਿ ਪੁਲਿਸ ਨੂੰ ਕਿਤੇ ਨਾ ਕਿਤੇ ਉਸੇ ਤੇ ਸ਼ੱਕ ਸੀ। ਪੁਆਇੰਟ ਨੰਬਰ 2, ਦੇਵੀ ਦੇ ਛੋਟੇ ਬੱਚੇ ਨਾਲ ਜਦੋਂ ਪੁਲਿਸ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੂੰ ਉਸ ਬੱਚੇ ਨੇ ਦੱਸਿਆ ਕਿ ਲਾਸਟ ਟਾਈਮ ਮੰਮੀ ਰਾਣੀ ਆਂਟੀ ਘਰ ਗਈ ਸੀ, ਜਿਹੜੀ ਕਿ ਵਾਪਸ ਨਹੀਂ ਆਈ। ਸੋ ਦੇਖਣਾ ਇਹ ਹੈ ਕਿ ਪੁਲਿਸ ਦਾ ਸ਼ੱਕ ਆਖਿਰ ਜਾਂਦਾ ਕਿਹਦੇ ਤੇ ਹੈ, ਦੇਵੀ ਦੇ ਪਤੀ ਰਾਜੇਸ਼ ਜਾਂ ਫਿਰ ਰਾਣੀ ਉੱਤੇ। ਦੇਖਦੇ ਹਾਂ ਰਾਜ਼ ਕਦੋਂ ਖੁੱਲਦਾ ਹੈ। ਇੰਨਾ ਗੰਦਾ ਦਿਮਾਗ, ਹਾਂ ਜੀ ਕਰਦਾ ਤੇਰਾ ਦਿਮਾਗ ਨਾ ਕੱਢ ਕੇ ਕੁੱਤਿਆਂ ਨੂੰ ਖਿਲਾ ਦੇਵਾਂ। ਓਏ ਤੁਸੀਂ ਇਹੋ ਜਿਹੀ ਜ਼ਿੰਦਗੀ ਕੀਤੀ ਹੈ ਨਾ, ਜਿਹਨੂੰ ਦੇਖ ਕੇ ਵੱਡੇ ਤੋਂ ਵੱਡਾ ਸ਼ੈਤਾਨ ਵੀ ਸ਼ਰਮ ਖਾ ਜਾਵੇ। ਕੀ ਹੋਇਆ ਸੀ? ਬੋਲ। ਪਾਪੀ ਲੋਕ। ਇੰਨਾ ਗੰਦਾ ਕਾਰਨਾਮਾ, ਸ਼ਰਮ ਨਹੀਂ ਚਾਹੀਦੀ ਤੁਹਾਨੂੰ। ਔਰਤ ਨਾ ਕਹਿਣ ਦੇ ਤੇ ਨਾ ਕਲੰਕ ਹੈ, ਤੂੰ ਕਲੰਕ। ਦੱਸ ਕਿੱਥੇ ਹੋ ਬੱਚੀ? ਕਿੱਥੇ ਹੋ ਬੱਚੀ ਦੀ ਲਾਸ਼? ਬੋਲਦੀ ਕਿ ਨਹੀਂ? ਮੈਂ ਕੁਛ ਨਹੀਂ ਕੀਤਾ ਜਨਾਬ, ਬਹੁਤ ਵੱਡੀ ਗਲਤੀ ਹੋ ਗਈ ਜਨਾਬ, ਮਾਫ ਕਰ ਦਿਓ ਜਨਾਬ। ਓਏ ਇਹੋ ਜਿਹੀ ਗਲਤੀ ਕੀਤੀ ਹੈ ਤੁਸੀਂ, ਤੁਹਾਨੂੰ ਤਾਂ ਰੱਬ ਵੀ ਆ ਕੇ ਮਾਫ ਨਹੀਂ ਕਰ ਸਕਦਾ। ਬੋਲ, ਦੱਸ ਕੀ ਹੋਇਆ ਸੀ? ਨੰਨੀ ਲਾਲਸਾ, ਮੈਨੂੰ ਵੀ ਬਹੁਤ ਲੋੜ ਸੀ। ਹਰ ਵੇਲੇ ਬੱਚਿਆਂ ਦੀ ਕਿਲਕਾਰੀਆਂ ਮੇਰੇ ਕੰਨਾਂ ਵਿੱਚ ਸੁਣਦੀ ਸੀ, ਅੱਗ ਲੱਗਦੀ ਸੀ ਮੈਨੂੰ। ਪੁਲਿਸ ਨੇ ਰਾਣੀ ਦੇ ਘਰਦਿਆਂ ਨਾਲ ਵੀ ਕਾਫੀ ਸਖਤੀ ਦੇ ਨਾਲ ਪੁੱਛਤਾਛ ਕੀਤੀ, ਪਰ ਉਹ ਬੇਨਤੀਜਾ ਨਿਕਲੀ ਤੇ ਨਾਲ ਦੀ ਨਾਲ ਪੁਲਿਸ ਦੇ ਹੱਥ ਇੱਕ ਐਸਾ ਸਬੂਤ ਲੱਗਾ ਜਿਸ ਤੋਂ ਬਹੁਤ ਸਾਰੇ ਰਾਜ਼ ਖੁੱਲਣ ਵਾਲੇ ਸਨ। ਇਹ ਸਬੂਤ ਸੀ ਰਾਣੀ ਦੀ ਮੈਡੀਕਲ ਰਿਪੋਰਟ।
ਜਿਹਦੇ ਤੋਂ ਇਹ ਸਾਬਿਤ ਹੋਇਆ ਕਿ ਰਾਣੀ ਤਾਂ ਕਦੀ ਪ੍ਰੈਗਨੈਂਟ ਸੀ ਹੀ ਨਹੀਂ। ਡਾਕਟਰ ਸਾਹਿਬ, ਇਸ ਰਿਪੋਰਟ ਦੇ ਅਕੋਰਡਿੰਗ ਕੁਝ ਪੁਆਇੰਟ ਸਾਡੇ ਸਮਝ ਨਹੀਂ ਆਏ, ਪਲੀਜ਼ ਤੁਸੀਂ ਕਲੀਅਰ ਕਰੋਗੇ? ਇੰਸਪੈਕਟਰ ਸਾਹਿਬ, ਇਸ ਔਰਤ ਦੇ ਪਰਿਵਾਰ ਦੇ ਕਹਿਣ ਮੁਤਾਬਕ ਇਹਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਹਦੀ ਵਜ੍ਹਾ ਇਹਦੇ ਨਵੇਂ ਜੰਮੇ ਬੱਚੇ ਦੀ ਮੌਤ ਦੱਸੀ ਗਈ ਸੀ, ਰਾਈਟ? ਪਰ ਮੈਂ ਇਸ ਔਰਤ ਦਾ ਜਦੋਂ ਚੈੱਕਅਪ ਕੀਤਾ ਤਾਂ ਮੈਂ ਹੈਰਾਨ ਰਹਿ ਗਿਆ। ਮੇਰੀ ਰਿਪੋਰਟ ਦੇ ਮੁਤਾਬਕ ਇਹ ਔਰਤ ਕਦੇ ਪ੍ਰੈਗਨੈਂਟ ਹੋਈ ਹੀ ਨਹੀਂ ਸੀ, ਤੇ ਫਿਰ ਬੱਚਾ ਕਿੱਥੋਂ ਆਇਆ? ਮੇਰੀ ਮਾਂ ਦੇ ਤਾਨਿਆਂ ਕਰਕੇ ਮੇਰੀ ਘਰ ਵਾਲੀ ਘਰ ਛੱਡ ਕੇ ਚਲੀ ਗਈ ਜਨਾਬ, ਤੇ ਫਿਰ ਮੇਰੀ ਮਾਂ ਨੇ ਮੇਰੇ ਛੋਟੇ ਭਾਈ ਦਾ ਵਿਆਹ ਕਰ ਦਿੱਤਾ। ਪਰ ਮੇਰੀ ਭਰਜਾਈ ਦੇ ਉਹਦੇ ਵੀ ਫਿਰ ਇੱਕ ਦਿਨ ਰਾਣੀ ਨੇ ਮੈਨੂੰ ਦੇਵੀ ਬਾਰੇ ਦੱਸਿਆ ਤੇ ਬਸ ਮੇਰੇ ਤੋਂ ਵੀ ਰਿਹਾ ਨਹੀਂ ਗਿਆ। ਜਨਾਬ, ਜਦੋਂ ਮੈਨੂੰ ਰਾਣੀ ਨੇ ਦੱਸਿਆ ਕਿ ਦੇਵੀ ਚੌਥੀ ਵਾਰੀ ਪ੍ਰੈਗਨੈਂਟ ਹੋ ਗਈ, ਮੈਨੂੰ ਬੜਾ ਗੁੱਸਾ ਚੜਿਆ, ਬੜੀ ਜਲਨ ਹੋਈ। ਦਰਅਸਲ ਮੇਰੇ ਵਿਆਹ ਨੂੰ ਇੰਨੇ ਸਾਲ ਹੋਣ ਤੋਂ ਬਾਅਦ ਵੀ ਮੇਰੇ ਘਰ ਬੱਚਾ ਨਹੀਂ ਹੋਇਆ ਤੇ ਸਾਰੇ ਲੋਕ ਮੈਨੂੰ ਤਾਨੇ ਮਿਹਣੇ ਮਾਰਦੇ ਹੁੰਦੇ ਸੀ। ਮੇਰੀ ਸੱਸ ਨੇ ਤਾਂ ਮੇਰਾ ਜੀਣਾ ਹਰਾਮ ਕਰ ਰੱਖਿਆ ਸੀ। ਮੈਂ ਜਿੱਦਾਂ ਕਿੱਦਾਂ ਆਪਣੇ ਘਰ ਦੇ ਵਿੱਚ ਦਿਨ ਕੱਟੇ, ਜਿੱਦਾਂ ਜਿੱਦਾਂ ਦਿਨ ਬੀਤਦੇ ਗਏ ਤੇ ਉਦਾਂ ਹੀ ਇਹਨਾਂ ਦਾ ਟਾਰਚਰ ਵੀ ਵੱਧਦਾ ਗਿਆ। ਜਦੋਂ ਮੈਨੂੰ ਰਾਣੀ ਨੇ ਦੇਵੀ ਨੂੰ ਲੈ ਕੇ ਸਕੀਮ ਦੱਸੀ, ਚੌਥੀ ਵਾਰੀ ਪ੍ਰੈਗਨੈਂਟ ਹੋ ਗਈ, ਮੈਨੂੰ ਬਹੁਤ ਗੁੱਸਾ ਚੜਿਆ, ਬੜੀ ਜਲਨ ਹੋਈ। ਫਿਰ ਰੱਬ ਨੂੰ ਬਹਾਨਾ ਦਿੱਤਾ ਵੀ ਸਾਲਿਆ ਸਾਡੇ ਘਰੇ ਲਾ ਦੇ, ਅਸੀਂ ਕੀ ਭੁੰਨ ਕੇ ਭੇਜਿਆ। ਅਸੀਂ ਖਿੱਚ ਕੇ ਉਹਨੂੰ ਕਮਰੇ ਵਿੱਚ ਲੈ ਗਏ। ਮੇਰੀ ਮਾਂ ਨੇ ਅੰਦਰੋਂ ਕੁੰਡਾ ਲਾ ਲਿਆ ਤੇ ਅਸੀਂ ਉਸ ਘਟਨਾ ਨੂੰ ਅੰਜਾਮ ਦਿੱਤਾ। ਫਿਰ ਇੱਕ ਦਿਨ ਬਾਜ਼ਾਰ ਦੇ ਵਿੱਚ ਮੈਨੂੰ ਦੇਵੀ ਮਿਲੀ। ਉਸਨੇ ਮੈਨੂੰ ਆਪਣੀ ਪ੍ਰੈਗਨੈਂਟ ਹੋਣ ਦੀ ਗੱਲ ਦੱਸੀ ਤੇ ਮੈਨੂੰ ਉਹਦੀ ਇਹ ਖੁਸ਼ੀ ਜ਼ਾਹਰ ਨਹੀਂ ਹੋਈ। ਮੈਂ ਸੋਚਿਆ ਇਹਦੇ ਕੋਲ 3 ਬੱਚੇ ਤਾਂ ਪਹਿਲਾਂ ਹੀ ਆ ਤੇ ਚੌਥੇ ਬੱਚੇ ਨੂੰ ਵੀ ਜਨਮ ਦੇਣ ਲੱਗੀ ਤੇ ਮੇਰੀ ਤਾਂ ਗੋਦ ਸੁਣਨੀ ਆ। ਫਿਰ ਉਸੇ ਵਕਤ ਮੇਰੇ ਦਿਮਾਗ 'ਚ ਇੱਕ ਆਈਡੀਆ ਆਇਆ। ਅਗਲੇ ਦਿਨ ਮੈਂ ਆਪਣੇ ਘਰ ਆਪਣੇ ਬਿਮਾਰ ਹੋਣ ਦਾ ਤੇ ਉਲਟੀਆਂ ਕਰਕੇ ਇੱਕ ਬਹਾਨਾ ਜਿਹਾ ਬਣਾ ਕੇ ਸਾਰੇ ਪਰਿਵਾਰ ਨੂੰ ਇਹ ਸ਼ੋਅ ਕਰ ਦਿੱਤਾ ਕਿ ਮੈਂ ਪ੍ਰੈਗਨੈਂਟ ਹਾਂ। ਉਸ ਤੋਂ ਬਾਅਦ ਮੇਰੇ ਘਰਦਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਕਿ ਸਾਡੇ ਘਰ ਵੀ ਬੱਚਾ ਆਊਗਾ। ਜਿੱਦਾਂ ਜਿੱਦਾਂ ਦਿਨ ਬੀਤਦੇ ਗਏ, ਕੁਝ ਦਿਨ ਤਾਂ ਵਧੀਆ ਲੰਘੇ, ਪਰ ਮੇਰੇ ਵੱਡੇ ਭਾਜੀ ਜਿਹੜੇ ਕਿ ਹਮੇਸ਼ਾ ਹੀ ਮੇਰੇ ਨਾਲ ਰਹਿੰਦੇ ਸੀ, ਮੇਰੀ ਗੱਲ ਸੁਣਦੇ ਸੀ, ਉਹਨਾਂ ਨੇ ਮੇਰੀ ਗੱਲ ਦਾ ਕਦੀ ਜਵਾਬ ਨਹੀਂ ਦਿੱਤਾ। ਤੇ ਇੱਕ ਦਿਨ ਮੈਂ ਮੌਕਾ ਪਾ ਕੇ ਮੈਂ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ ਤੇ ਇਦਾਂ ਹੀ ਕਰਦਿਆਂ ਸਾਰੇ ਪਿੰਡ ਚੋਂ ਵਧਾਈਆਂ ਆਉਣ ਲੱਗ ਗਈਆਂ। ਵਧਾਈਆਂ ਭੈਣੇ, ਬਹੁਤੀਆਂ ਬਹੁਤੀਆਂ। ਤੈਨੂੰ ਵੀ ਭੈਣ ਬਹੁਤ ਬਹੁਤ ਵਧਾਈਆਂ। ਗਈ ਸੀ ਮੈਂ ਤੇਰੇ ਘਰੇ ਵੀ ਲੱਡੂ ਲੈ ਕੇ, ਤੂੰ ਘਰੇ ਹੀ ਨਹੀਂ ਸੀ। ਹਾਂ ਭੈਣ, ਮੈਂ ਗਈ ਸੀ ਕਿਤੇ, ਕੰਮ ਸੀ ਥੋੜਾ ਜਿਹਾ। ਜਿੱਦਾਂ ਜਿੱਦਾਂ ਟਾਈਮ ਨੇੜੇ ਆਉਂਦਾ ਗਿਆ ਤੇ ਮੇਰਾ ਵੀ ਦਿਲ ਘਬਰਾਉਂਦਾ ਗਿਆ, ਪਰ ਮੇਰੀ ਵਿਉਂਤ ਜਿਹੜੀ ਸੀ ਨਾ, ਉਹਨੂੰ ਮੈਂ ਅੱਗੇ ਅੰਜਾਮ ਦਿੰਦੀ ਗਈ। ਇੱਥੋਂ ਤੱਕ ਤੇ ਮੇਰੀ ਸਟੋਰੀ ਸਕਸੈਸ ਰਹੀ ਤੇ ਉਸ ਤੋਂ ਬਾਅਦ ਇੱਕ ਦਿਨ ਮੈਂ ਬੀਜੀ ਨੂੰ ਵੀ ਪਤਾ ਲੱਗ ਗਿਆ। ਮੈਂ ਬੀਜੀ ਨੂੰ ਦੱਸ ਦਿੱਤਾ ਕਿ ਇਦੋਂ ਆ ਗੱਲ। ਫਿਰ ਬੀਜੀ ਨੇ ਵੀ ਮੇਰਾ ਸਾਥ ਦਿੱਤਾ। ਉਹ ਦਿਨ ਵੀ ਨੇੜੇ ਆ ਗਿਆ ਜਿਸ ਦਿਨ ਦੇਵੀ ਦੀ ਡਿਲੀਵਰੀ ਦਾ ਟਾਈਮ ਸੀ। ਪਰ ਜਿੱਦਾਂ ਜਿੱਦਾਂ ਸਮਾਂ ਨੇੜੇ ਆਉਂਦਾ ਗਿਆ, ਮੇਰੀ ਘਬਰਾਹਟ ਵੀ ਵੱਧਦੀ ਗਈ। ਪਰ ਇੱਕ ਬੱਚੇ ਦੀ ਲਾਲਸਾ ਜਿਹੜੀ ਹੈ ਨਾ, ਉਹ ਬੰਦੇ ਤੋਂ ਕਈ ਕੁਛ ਕਰਵਾ ਦਿੰਦੀ ਹੈ ਕਿ ਜੋ ਬੰਦਾ ਸੋਚਦਾ ਵੀ ਨਹੀਂ। ਸੋ ਸਾਡੇ ਚੌਹਾਂ ਦੀ ਸਕੀਮ ਦੇ ਆਧਾਰ
ਮੈਂ ਦੇਵੀ ਨੂੰ ਲੈਣ ਗਈ ਤੇ ਦੇਵੀ ਨੇ ਮਨਾ ਕਰ ਦਿੱਤਾ। ਪਰ ਉੱਥੇ ਮੈਨੂੰ ਆਪਣੀ ਲੱਗਿਆ ਕਿ ਮੇਰੀ ਹਾਰ ਨਹੀਂ ਹੋਣੀ ਚਾਹੀਦੀ। ਮੈਨੂੰ ਬੱਚਾ ਚਾਹੀਦਾ, ਮੈਨੂੰ ਵੀ ਔਲਾਦ ਚਾਹੀਦੀ ਹੈ। ਤੇ ਮੈਂ ਧਾਰ ਲਿਆ ਮਨ ਦੇ ਵਿੱਚ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਵੀ ਦੇਵੀ ਨੂੰ ਲੈ ਕੇ ਆਉਣਾ। ਮੈਂ ਤੈਨੂੰ ਪਹਿਲਾਂ ਵੀ ਬੁਲਾਉਣ ਆਈ ਸੀ ਪਰ ਤੂੰ ਆਈ ਨਹੀਂ। ਕੀ ਕਰਾਂ ਦੀਦੀ, ਮੇਰੇ ਦਰਦ ਦੇ ਬਹੁਤ ਹੁੰਦਾ ਰਹਿੰਦਾ। ਮੈਂ ਤੇਰੀ ਤਕਲੀਫ ਸਮਝ ਸਕਦੀ ਹਾਂ, ਪਰ ਮੈਂ ਨਾ ਆਪਣੇ ਦੋਨਾਂ ਬੱਚਿਆਂ ਵਾਸਤੇ ਘਰ ਵਿੱਚ ਪੂਜਾ ਰੱਖੀ ਸੀ ਤੇ ਮੈਂ ਚਾਹੁੰਦੀ ਸੀ ਕਿ ਆਪਾਂ ਦੋਨੋਂ ਮੱਥਾ ਟੇਕ ਲਈਏ। ਕੋਈ ਨਾ ਦੀਦੀ, ਮੈਂ ਚੱਲਦੀ ਹਾਂ। ਪਰ ਕੋਈ ਗੱਲ ਨਹੀਂ, ਤੂੰ ਏਦਾਂ ਹੀ ਜਾਈ ਤੇ ਮੱਥਾ ਟੇਕ ਕੇ ਵਾਪਸ ਆ ਜੀ। ਤੂੰ ਇੱਕ ਵਾਰੀ ਮੇਰੇ ਨਾਲ ਚੱਲ ਪੈ। ਚਲੋ ਠੀਕ ਹੈ, ਚੱਲ ਆ ਜਾ। ਤੇ ਉਹ ਵੀ ਮੇਰੀਆਂ ਗੱਲਾਂ 'ਚ ਆ ਗਈ ਤੇ ਮੇਰੇ ਨਾਲ ਚੱਲ ਪਈ। ਕੀ ਚਾਹੀਦਾ ਸੀ ਮੈਨੂੰ ਕਾਮਯਾਬੀ, ਤੇ ਮੈਂ ਕਾਮਯਾਬ ਉਹਨੂੰ ਹੋ ਗਈ ਲਿਆਉਣ 'ਚ। ਤੇ ਉਸ ਤੋਂ ਬਾਅਦ ਉਸ ਨੂੰ ਮੈਂ ਬਿਠਾਇਆ ਅੰਦਰ ਤੇ ਅਸੀਂ ਸਾਰੇ ਅੰਦਰਲੇ ਰੂਮ ਦੇ ਵਿੱਚ ਸੀਗੇ ਤੇ ਮੈਂ ਦੇਵੀ ਨੂੰ ਅੰਦਰ ਬੁਲਾ ਲਿਆ। ਰਾਣੀ ਤੂੰ ਮੇਰੇ ਨਾਲ ਕੀ ਕਰ ਰਹੀ? ਤੂੰ ਇੱਕ ਮਿੰਟ ਇੱਧਰ ਹੋ। ਮੈਂ ਚਾਕੂ ਫੜਿਆ, ਮੇਰੇ ਵੱਡੇ ਭਰਾ ਨੇ ਬਾਹਾਂ ਫੜੀਆਂ ਤੇ ਮੈਂ ਦਿੱਤਾ ਤੇ ਰਾਣੀ ਨੇ ਢਿੱਡ ਪਾੜ ਦਿੱਤਾ। ਜੇ ਅਸੀਂ ਬੱਚਾ ਪਾਇਆ ਨਹੀਂ ਕਰ ਸਕਦੇ, ਉਹ ਕੱਢ ਤਾਂ ਸਕਦੇ ਆ। ਜਦੋਂ ਪੇਟ ਚੀਰਿਆ ਤੇ ਵਿੱਚੋਂ ਮੈਂ ਉਹ ਬੱਚਾ ਕੱਢ ਲਿਆ। ਜਦੋਂ ਬੱਚਾ ਕੱਢਿਆ ਤੇ ਮੇਰੀ ਰੂਹ ਖੁਸ਼ ਹੋ ਗਈ ਕਿ ਮੈਂ ਵੀ ਇੱਕ ਮਾਂ ਬਣ ਗਈ ਹਾਂ। ਤੇ ਮੈਂ ਉਸ ਬੱਚੇ ਨੂੰ ਫਟਾਫਟ ਕੱਪੜਿਆਂ 'ਚ ਲਪੇਟ ਲਿਆ ਤੇ ਉਸ ਤੋਂ ਬਾਅਦ ਬੀਜੀ ਨੇ ਪਿੰਡ 'ਚ ਰੌਲਾ ਪਾਤਾ ਕਿ ਰਾਣੀ ਦੇ ਘਰ ਬੱਚਾ ਹੋਇਆ। ਮੇਰੀ ਛਾਤੀ ਵਿੱਚ ਦੁੱਧ ਨਹੀਂ ਸੀ ਤੇ ਬੱਚੇ ਨੂੰ ਭੁੱਖ ਲੱਗਦੀ ਸੀ ਤੇ ਹੌਲੀ ਹੌਲੀ ਕਰਕੇ ਬੱਚਾ ਮਾਰ ਹੋ ਕੇ ਮਰ ਗਿਆ। ਫਿਰ ਕੀ ਕੀਤਾ ਉਸ ਲਾਸ਼ ਦੇ ਨਾਲ? ਕਿੱਥੇ ਉਹ ਲਾਸ਼? ਬੋਲ। ਬੱਚੇ ਨੂੰ ਫਿਰ ਸਾਨੂੰ ਸਮਝ ਨਹੀਂ ਸੀ ਆ ਰਹੀ ਕਿ ਬੱਚੇ ਦਾ ਕੀ ਕਰੀਏ। ਫਿਰ ਅਸੀਂ ਆਪਣੀਆਂ ਪੌੜੀਆਂ ਦੇ ਨੀਚੇ ਟੂਆ ਪੁੱਟ ਕੇ ਉਸ ਨੂੰ ਉੱਥੇ ਦੱਬ ਦਿੱਤਾ। ਤੇ ਦੇਵੀ ਦੀ ਲਾਸ਼ ਉਹ ਕਿੱਥੇ? ਤੇ ਦੇਵੀ ਦੀ ਲਾਸ਼ ਉਹ ਹੁਣ ਵੀ ਅੰਦਰ ਘਰ ਦੇ ਅੰਦਰ ਹੀ ਬਕਸੇ ਦੇ ਵਿੱਚ ਪਈ ਆ। ਜੀ ਕਰਦਾ ਤੇਰਾ ਨਾ ਗਲਾ ਘੋਟ ਦਵੇਂ ਤੇ ਗਲਾ। ਇੰਨਾ ਗੰਦਾ ਦਿਮਾਗ, ਇੰਨੇ ਗੰਦੇ ਪਾਪੀ ਲੋਕ। ਤੁਸੀਂ ਦੇਖਿਆ ਕਿ ਕਿਵੇਂ ਰਾਣੀ ਤੇ ਉਹਦੇ ਪਰਿਵਾਰ ਨੇ ਮਿਲ ਕੇ ਦੇਵੀ ਵਰਗੀ ਔਰਤ ਦੇਵੀ ਦਾ ਢਿੱਡ ਫਾੜ ਕੇ ਉਹਦੇ ਗਰਭ 'ਚੋਂ ਉਹਦਾ ਅਣਜੰਮਿਆ ਬੱਚਾ ਕੱਢਿਆ ਤੇ ਦੋਨਾਂ ਨੂੰ ਹੀ ਮਰਨ ਲਈ ਮਜਬੂਰ ਕਰ ਦਿੱਤਾ। ਮਾਂ ਬਣਨ ਦੀ ਅੰਨੀ ਲਾਲਸਾ ਦੇ ਵਿੱਚ ਆ ਕੇ ਰਾਣੀ ਨੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਸੋ ਮੈਨੂੰ ਲੱਗਦਾ ਕਿ ਇਹ ਦਰਿੰਦਗੀ ਦੀ ਵੀ ਆਦਤ ਹੈ। ਮੈਂ ਚਾਹੁੰਦੀ ਹਾਂ ਕਿ ਤੁਸੀਂ ਵੀ ਆਪਣੇ ਸਮਾਜ ਨੂੰ ਸਿਰਜਣਾ ਕਰਨ ਦੇ ਵਿੱਚ ਇਹੋ ਜਿਹੇ ਲੋਕਾਂ ਤੋਂ ਸਾਵਧਾਨ ਰਹੋ, ਆਪਣੀ ਦੇਖਭਾਲ ਕਰੋ ਤੇ ਸਤਰਕ ਰਹੋ। ਮੈਂ ਤੁਹਾਨੂੰ ਮਿਲਾਂਗੀ ਹੁਣ ਅਗਲੇ ਐਪੀਸੋਡ ਦੇ ਵਿੱਚ। ਤਦ ਤੱਕ ਦੇ ਲਈ ਇਜਾਜ਼ਤ। ਸ਼ੁਕਰੀਆ। ਛੱਡਣਾ ਨਹੀਂ, ਮੈਂ ਮਾਰ ਦੇਣਾ। ਅੱਜ ਪਤਾ ਲੱਗੂ ਅਮੀਰ ਕੌਰ ਚੀਜ਼ ਕੀ ਹੈ। ਮਾਮਲਾ ਸਾਫ਼ ਸੁਸਾਈਡ ਦਾ ਲੱਗ ਰਿਹਾ ਹੈ। ਇਹ ਕਹਾਣੀ ਹੈ ਅਮੀਰ ਕੌਰ ਉਰਫ ਅਮੀਰੋ ਦੀ, ਜਿਹਦੀ ਆਪਣੀ ਹੀ ਪਿਸਟਲ ਦੀ ਗੋਲੀ ਲੱਗਣ ਕਾਰਨ ਮੌਤ ਹੋ ਜਾਂਦੀ ਹੈ। ਦੇਖੋ ਜਿੰਦਰ ਕੌਰ ਜੀ, ਤੁਸੀਂ ਜਿੰਨਾ ਕੁਝ ਅਮੀਰ ਕੌਰ ਬਾਰੇ ਜਾਣਦੇ ਹੋ, ਸਾਨੂੰ ਸਾਰਾ ਕੁਝ ਸੱਚ-ਸੱਚ ਦੱਸੋ। ਉਹ ਆਪਣੇ ਪੈਸੇ ਤੇ ਬੰਦੂਕਾਂ ਦਾ ਇੰਨਾ ਕੁ ਵਿਖਾਵਾ ਕਰਦੀ ਸੀ ਕਿ ਬਚਪਨ 'ਚ ਆਪਣੇ ਮੁੰਡੇ ਨੂੰ ਜਿਹੜੇ ਖਿਡੌਣੇ ਲੈ ਕੇ ਦਿੰਦੀ ਸੀ, ਉਹ ਵੀ ਬੰਦੂਕਾਂ ਦੇ ਲੈ ਕੇ ਦਿੰਦੀ ਸੀ। ਜਿੰਦਰ ਨਾਲ ਗੱਲਬਾਤ ਕਰਨ ਮਗਰੋਂ ਪੁਲਿਸ ਦੇ ਸਾਹਮਣੇ ਕੁਝ ਨਵੇਂ ਪਹਿਲੂ ਆਏ। ਮੈਂ ਤੈਨੂੰ ਬਾਰ-ਬਾਰ ਕਹਿ ਰਹੀ ਹਾਂ, ਤੇਰੇ ਪਿਓ ਦਾ ਘਰ ਨਹੀਂ ਹੈਗਾ। ਪੁਲਿਸ ਦਾ ਸ਼ੱਕ ਯਕੀਨ ਵਿੱਚ ਬਦਲਦਾ ਜਾ ਰਿਹਾ ਸੀ, ਕਿਉਂਕਿ ਉਹਨਾਂ ਦੀ ਥਿਉਰੀ ਮੁਤਾਬਕ
ਨਾ ਤਾਂ ਇਹ ਹਾਦਸਾ ਸੀ ਤੇ ਨਾ ਹੀ ਸੁਸਾਈਡ। ਅਮੀਰੋ ਤੇਰਾ ਤਾਂ ਦਿਮਾਗ ਮੈਂ ਸੈੱਟ ਕਰਾਂਗਾ। ਤੂੰ ਕਰੇਗਾ ਮੇਰੇ ਟੱਕਰੇ? ਹਾਂ ਕਰਾਂਗਾ। ਤੂੰ ਕਰੇਗਾ ਮੇਰੇ ਟੱਕਰੇ? ਛੱਡ ਇਹਨੂੰ ਦੇਖ ਲਾਂਗੇ।